ਕੌਂਸਲਰ ਦੇ ਇਲੈਕਸ਼ਨ ਹੁੰਦੇ ਸੀ, ਚਾਹੇ ਕੋਈ ਚੇਅਰਮੈਨੀਆਂ ਬਣ ਰਹੀਆਂ ਹੁੰਦੀਆਂ, ਕਿਸੇ ਵੀ ਤਰ੍ਹਾਂ ਦੀ ਜਿਹੜੀ ਜਦ ਇਹ ਸਰਕਾਰ 'ਚ ਸੀਗੇ, ਕਾਂਗਰਸ ਪਾਰਟੀ ਸਰਕਾਰ 'ਚ ਸੀਗੀ, ਸੱਤਾ 'ਚ ਸੀਗੀ, ਉਦੋਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਜਾਂ ਆਪਣੇ ਬਹੁਤ ਖਾਸ ਚਹੇਤਿਆਂ ਨੂੰ ਹੀ ਪ੍ਰੈਫਰੈਂਸ ਦਿੱਤੀ ਹੈ। ਸਾਡੇ ਵਰਗੇ ਜਿਹੜੇ ਜ਼ੀਰੋ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਸਾਨੂੰ ਨਹੀਂ ਪੁੱਛਿਆ। ਇਸ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸੇਵਾ ਕੀਤੀ ਕਾਂਗਰਸ ਵਿੱਚ, ਮਾਨ सम्मान नहीं मिलिया इस करके पार्टी छड्डती। सेवा तुसी ये सोच के कीती सी कि मैं रिवार्ड मंगना है, मैं मान सम्मान लेना है, तां ही सेवा करनी। गल दी छोटी की है कि बीजेपी भी जो सत्ता च आ गई तुहानूं हत्थां 'च चुकूगी, फिर तुहाडे नाल अगर इस तरह का हो गया फिर जी। कांग्रेस जो अज बुरे वक्त तो निकल रही है, कांग्रेस नूं लोग डामाडोल कह रहे हैं, फिर तुसी इस टाइम तुसी कहा यार ये तो डामाडोल है, हुण चलदी कश्ती विच बह जाओ, तुसी भी छड्ड के दूसरी कश्ती चले गए। ਇਹ ਕੋਈ ਮੈਂ ਅੱਜ ਨਹੀਂ ਛੱਡਿਆ ਇਹਨਾਂ ਨੂੰ। ਇਹ ਸਰਕਾਰ ਆਈ ਨੂੰ 2-3 ਸਾਲ ਹੋਏ ਸੀਗੇ, ਸਾਡੇ ਲੋਕਾਂ ਦੇ ਕੰਮ ਨਹੀਂ ਹੋ ਪਾ ਰਹੇ ਸੀ, ਬਾਰ-ਬਾਰ ਜਾਈਦਾ ਸੀ, ਨਹੀਂ ਸੁਣਵਾਈ ਹੁੰਦੀ ਸੀ, ਇਸ ਕਰਕੇ ਮੈਂ ਪਾਰਟੀ ਛੱਡੀ ਸੀ। ਇਹ ਵੋਟ ਤਾਂ ਐਵੇਂ ਲਾਈਨੇ ਜਿਵੇਂ ਦਾਅਵੇਦਾਰੀ ਲੱਗ ਰਹੀ ਹੈ, ਕਿਉਂਕਿ ਜਿਹੜਾ ਤੁਹਾਡਾ ਕਾਉਂਸਲਰ ਦਾ ਜਿਹੜਾ ਤੁਹਾਡਾ ਵਾਰਡ ਹੈ, ਉਸ ਵਾਰਡ 'ਚ ਤੁਹਾਡੇ ਖੰਭਿਆਂ 'ਚ ਮੈਂ ਹੁਣੇ ਆ ਰਿਹਾ ਸੀ ਤੇ ਮੈਂ ਰਸਤੇ 'ਚ ਤੁਹਾਡੇ ਵੋਟ ਦੇਖ ਰਿਹਾ ਸੀ। ਜੇ ਅਗਰ ਕਾਰਕਰਤਾ ਹੋ, ਲੋਕਾਂ ਦੀ ਸੇਵਾ ਕਰ ਰਹੇ ਹੋ, ਤੇ ਮੇਰੇ ਖਿਆਲ ਨਾਲ ਵੋਟ ਨਹੀਂ ਲੱਗਣਾ ਚਾਹੀਦੀ ਸੀ। ਕਾਂਗਰਸ ਦੇ ਜਿਹੜੇ ਦਾਅਵੇਦਾਰ ਨੇ ਉਹ ਪਿਛਲੀ ਵਾਰ ਹਾਰ ਚੁੱਕੇ ਨੇ, ਉਹਨਾਂ ਦੇ ਵੀ ਤੁਸੀਂ ਦੇਖ, ਹੁਣ ਥੋੜ੍ਹਾ ਜਿਹਾ ਇਹ ਨਾ ਭਾਰਤੀ ਜਨਤਾ ਪਾਰਟੀ ਦੇ ਵੋਟ ਜ਼ਿਆਦਾ ਖਿੜ ਕੇ ਨਜ਼ਰ ਆ ਰਹੇ ਆ, ਬਾਕੀਆਂ ਦੇ ਨਹੀਂ ਨਜ਼ਰ ਆ ਰਹੇ, ਉਹਨਾਂ ਦੇ ਫਿੱਕੇ ਪੈ ਗਏ ਆ। ਤੇ ਜੇ ਪ੍ਰਮਾਤਮਾ ਨੇ ਚਾਹਿਆ ਤੇ ਇਸ ਵਾਰ ਇੱਥੇ ਕਮਲ ਖਿਲੂਗਾ। ਇੱਦਾਂ ਹੀ ਭਾਰਤੀ ਜਨਤਾ ਪਾਰਟੀ ਦੇ ਝੰਡੇ ਤੁਹਾਨੂੰ ਝੂਲਦੇ ਨਜ਼ਰ ਆਊਗੇ। ਇਹ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਜੇ ਤੁਸੀਂ ਕਾਰਕਰਤਾ ਹੋ, ਵੋਟ ਦੀ ਕੀ ਲੋੜ ਪੈ ਗਈ? ਤਾਕਤ ਹਾਊਸ ਦੇ ਵਿੱਚ ਜਾ ਕੇ ਮਿਲਦੀ ਹੈ ਨਾ, ਪਬਲਿਕ ਲਈ ਕੰਮ ਕਰਨ ਦੀ, ਜਿਹੜੀ ਇੱਕ ਇਲੈਕਟਿਡ ਬੰਦੇ ਨੂੰ ਮਿਲਦੀ ਆ, ਉਹ ਤਾਕਤ ਦਾ ਕੁਝ ਫਾਇਦਾ ਹੋਰ ਹੁੰਦਾ। ਆਜ਼ਾਦ ਲੜ ਜਾਂਦੇ ਜੇ ਅਗਰ ਤੁਸੀਂ ਸੇਵਾ ਕਰਦੇ ਹੋ, ਕਿਉਂਕਿ ਤੁਸੀਂ ਤਾਂ ਜਿੱਤਣਾ ਹੀ ਸੀ, ਆਜ਼ਾਦ ਲੜ ਜਾਂਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਵਿੰਦਰ ਸਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ। ਦੋਸਤੋ, ਲੁਧਿਆਣੇ ਦੀ ਗੱਲ ਕਰੀਏ ਤੇ ਲੁਧਿਆਣੇ ਤੇ ਕਾਰਪੋਰੇਸ਼ਨ ਇਲੈਕਸ਼ਨ ਦਾ ਆਗਾਜ਼ ਲਗਭਗ ਹੋ ਚੁੱਕਾ ਹੈ ਤੇ ਹੁਣ ਜਿਹੜੇ ਲੋਕ ਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਜਾਂ ਇਲੈਕਸ਼ਨ ਬਾਰੇ ਸੋਚ ਰਹੇ ਨੇ, ਉਹ ਅਲੱਗ-ਅਲੱਗ ਤਰੀਕੇ ਨਾਲ ਆਪਣਾ ਦਾਅਵੇਦਾਰੀ ਠੋਕ ਰਹੇ ਨੇ। ਬਿਲਕੁਲ ਜੀ, ਉਹ ਵੱਖਰੀ ਗੱਲ ਹੈ ਕਿ ਕੌਣ ਕਿੱਥੋਂ ਇਲੈਕਸ਼ਨ ਲੜੂਗਾ, ਕਿੰਨੀ ਸੇਵਾ ਕੀਤੀ ਹੈ ਸਮਾਜ ਦੀ ਤੇ ਉਹਨੂੰ ਕੀ ਰਿਵਾਰਡ ਮਿਲੂਗਾ। ਉਸੇ ਲੜੀ ਦੇ ਤਹਿਤ ਅੱਜ ਅਸੀਂ ਜਿਸ ਸ਼ਖਸ ਨਾਲ ਤੁਹਾਨੂੰ ਮਿਲਾ ਰਹੇ ਹਾਂ, ਉਹ ਪਹਿਲੇ ਕਾਂਗਰਸ ਸੀ, ਹੁਣ ਬੀਜੇਪੀ 'ਚ ਜਾ ਚੁੱਕੇ ਨੇ। ਅਜੇਪਾਲ ਦਿਸ਼ਾਵਰ ਜੀ, ਪੁੱਛਾਂਗੇ ਕਿ ਕੀ ਕਾਰਨ ਹੈ ਉਹਨਾਂ ਨੇ ਕਾਂਗਰਸ ਛੱਡ ਕੇ ਬੀਜੇਪੀ 'ਚ ਕਿਉਂ ਗਏ ਨੇ। ਸਰ ਬਹੁਤ ਬਹੁਤ ਸਵਾਗਤ। ਨਮਸਕਾਰ ਜੀ। ਸਰ, ਕਾਂਗਰਸ ਛੱਡ ਕੇ ਬੀਜੇਪੀ 'ਚ ਚਲੇ ਗਏ, ਕੀ ਕਾਰਨ? ਸਰ, ਸਭ ਤੋਂ ਵੱਡਾ ਕਾਰਨ, ਜਦ ਵੀ ਕੋਈ ਬੰਦਾ ਰਾਜਨੀਤੀ ਦੇ ਵਿੱਚ ਆਉਂਦਾ, ਉਹਦੀ ਪ੍ਰਾਇਓਰਟੀ ਜਿਹੜੀ ਹੈ ਸਮਾਜ ਸੇਵਾ ਲਈ ਹੁੰਦੀ ਹੈ, ਸਮਾਜ ਭਲਾਈ ਲਈ। ਜੇ ਇੱਕ ਕਾਰਿਆਕਰਤਾ ਸਮਾਜ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਤੇ ਪਾਰਟੀ ਦੀ ਵੀ ਸੇਵਾ ਕਰ ਰਿਹਾ, ਪਰ ਪਾਰਟੀ ਦੇ ਵਿੱਚ ਉਹਨੂੰ ਉਹਦਾ ਬਣਦਾ ਮਾਨ ਸਨਮਾਨ ਨਾ ਮਿਲੇ, ਤੇ ਜਿਹੜੀ ਪਾਰਟੀ ਦੇ MLA ਜਾਂ MP ਉਸ ਟਾਈਮ ਦੇ ਸੀਗੇ, ਉਹ ਆਪਣੇ ਪਰਿਵਾਰ ਨੂੰ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੈਫਰੈਂਸ ਦਿੰਦੇ ਸੀਗੇ, ਪਰਿਵਾਰ ਨੂੰ ਹੀ ਮੂਹਰੇ ਰੱਖਦੇ ਸੀ। ਚਾਹੇ ਉਹ ਕੌਂਸਲਰ ਦੇ ਇਲੈਕਸ਼ਨ ਹੁੰਦੇ ਸੀ, ਚਾਹੇ ਕੋਈ ਚੇਅਰਮੈਨੀਆਂ ਬਣ ਰਹੀਆਂ ਹੁੰਦੀਆਂ, ਕਿਸੇ ਵੀ ਤਰ੍ਹਾਂ ਦੀ ਜਿਹੜੀ ਜਦ ਇਹ ਸਰਕਾਰ 'ਚ ਸੀਗੇ, ਕਾਂਗਰਸ ਪਾਰਟੀ ਸਰਕਾਰ 'ਚ ਸੀਗੀ, ਸੱਤਾ 'ਚ ਸੀਗੀ, ਉਦੋਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਜਾਂ ਆਪਣੇ ਬਹੁਤ ਖਾਸ ਚਹੇਤਿਆਂ ਨੂੰ ਹੀ ਪ੍ਰੈਫਰੈਂਸ ਦਿੱਤੀ ਹੈ। ਸਾਡੇ ਵਰਗੇ ਜਿਹੜੇ ਜ਼ੀਰੋ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਸਾਨੂੰ ਨਹੀਂ ਪੁੱਛਿਆ। ਇਸ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ, ਦੇਖੋ, ਦੇਸ਼ ਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ। ਤੇ ਪਾਰਟੀ ਦੇ ਜਿਹੜੇ ਗੱਲ ਕਰਾਂ, ਖਾਸ ਕਰਕੇ ਹਲਕਾ ਸੈਂਟਰਲ ਦੇ ਜਿਹੜੇ MLA ਦੇ ਕੈਂਡੀਡੇਟ ਨੇ ਤੇ ਲਾਸਟ ਟਾਈਮ ਇਲੈਕਸ਼ਨ ਵੀ ਲੜ ਚੁੱਕੇ ਨੇ, ਗੁਰਦੇਵ ਸ਼ਰਮਾ ਦੇਬੀ ਜੀ, ਤੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਧੀਮਾਨ ਸਾਹਿਬ, ਉਹਨਾਂ ਦੇ ਆਸ਼ੀਰਵਾਦ ਸਦਕਾ ਉਹਨਾਂ ਨੇ ਮੈਨੂੰ ਗਾਈਡ ਕੀਤਾ, ਪਾਰਟੀ ਦੀਆਂ ਖੂਬੀਆਂ ਦੱਸੀਆਂ, ਤੇ ਮੈਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ। ਅਜੇਪਾਲ ਜੀ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸੇਵਾ ਕੀਤੀ ਕਾਂਗਰਸ ਵਿੱਚ, ਮਾਨ सम्मान ਨਹੀਂ ਮਿਲਿਆ ਇਸ ਕਰਕੇ ਪਾਰਟੀ ਛੱਡਤੀ। ਸੇਵਾ ਤੁਸੀਂ ਇਹ ਸੋਚ ਕੇ ਕੀਤੀ ਸੀ ਕਿ ਮੈਂ ਰਿਵਾਰਡ ਮੰਗਣਾ ਹੈ, ਮੈਂ ਮਾਨ सम्मान ਲੈਣਾ ਹੈ, ਤਾਂ ਹੀ ਸੇਵਾ ਕਰਨੀ ਹੈ? ਦੇਖੋ ਜੀ, ਕੋਈ ਵੀ ਵਰਕਰ ਹੈ ਨਾ ਰਿਵਾਰਡ ਨਹੀਂ ਚਾਹੁੰਦਾ, ਲੇਕਿਨ ਜਦ ਸੱਤਾ ਦੇ ਵਿੱਚ ਸਰਕਾਰ 'ਚ ਤੁਸੀਂ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਦ ਸੱਤਾ ਦੇ ਵਿੱਚ ਨਹੀਂ ਹੁੰਦੀ, ਉਦੋਂ ਤਾਂ ਵਰਕਰ ਨੂੰ ਪੂਰਾ ਹੱਥਾਂ 'ਤੇ ਚੱਕਦੇ ਆ। ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ, ਉਦੋਂ ਉਹ ਆਪਣੇ ਪਰਿਵਾਰ ਦੇ ਜਾਂ ਖਾਸ ਚਹੇਤੇ ਬੰਦਿਆਂ ਨੂੰ ਹੀ ਜਿਹੜੀਆਂ ਤਾਕਤਾਂ ਦਿੰਦੇ। ਦੇਖੋ, ਕੋਈ ਵੀ ਬੰਦਾ ਵਾ, ਕੋਈ ਵੀ ਪੋਲੀਟੀਕਲ ਵਰਕਰ ਆ, ਹੁਣ ਮੈਂ ਆ, ਮੈਨੂੰ
ਜੇ ਪਾਰਟੀ ਜਾਂ ਸਰਕਾਰ ਕੋਈ ਤਾਕਤ ਦਊਗੀ ਤਾਂ ਹੀ ਮੈਂ ਲੋਕਾਂ ਦੇ ਕੰਮ ਆ ਸਕਦਾ, ਨਹੀਂ ਤਾਂ ਹਰ ਬੰਦਾ ਹੀ ਘਰ ਉੱਠ ਕੇ ਕੋਈ ਵੀ ਕੁਝ ਵੀ ਕਹਿ ਦੇਵੇ, ਕੋਈ ਵੀ ਕੁਝ ਵੀ ਕਰਾ ਸਕਦਾ। ਇਸ ਗੱਲ ਦੀ ਛੋਟੀ ਕੀ ਹੈ ਕਿ ਬੀਜੇਪੀ ਵੀ ਜਦੋਂ ਸੱਤਾ 'ਚ ਆ ਗਈ ਤੁਹਾਨੂੰ ਹੱਥਾਂ 'ਚ ਚੁੱਕੂਗੀ, ਫਿਰ ਤੁਹਾਡੇ ਨਾਲ ਅਗਰ ਇਸ ਤਰ੍ਹਾਂ ਦਾ ਹੋ ਗਿਆ ਫਿਰ? ਦੇਖੋ ਜੀ, ਇਹ ਤਾਂ ਸਭ ਪਰਮਾਤਮਾ ਦੇ ਹੱਥ ਹੈ। ਭਗਵਾਨ ਸ਼੍ਰੀ ਰਾਮ ਵਾਲਮੀਕੀ ਮਹਾਰਾਜ ਜਾਣਦੇ ਹੈ। ਸਾਡਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ। ਸੇਵਾ ਅੱਜ ਵੀ ਕਰਦਾ, ਕੱਲ੍ਹ ਵੀ ਕਰਦਾ ਸੀ ਤੇ ਕੱਲ੍ਹ ਵੀ ਕਰੂੰਗਾ। ਹਾਂ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਦੇਬੀ ਜੀ 'ਤੇ, ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਲੀਡਰਸ਼ਿਪ 'ਤੇ, ਲੁਧਿਆਣੇ ਦੀ, ਪੰਜਾਬ ਦੀ ਤੇ ਦੇਸ਼ ਦੀ, ਵੀ ਇਸ ਪਾਰਟੀ ਦੇ ਵਿੱਚ ਵਰਕਰ ਦੀ ਵੈਲਿਊ ਹੈ। ਕਿਉਂਕਿ ਜੇ ਵਰਕਰ ਦੀ ਇਸ ਪਾਰਟੀ 'ਚ ਵੈਲਿਊ ਨਾ ਹੁੰਦੀ ਤੇ ਇੱਕ ਚਾਹ ਵਾਲਾ ਅੱਜ ਪ੍ਰਧਾਨ ਮੰਤਰੀ ਨਾ ਹੁੰਦਾ। ਦੇਖੋ ਦਿਸ਼ਾਵਰ ਜੀ, ਤੁਸੀਂ ਕਹਿ ਰਹੇ ਹੋ ਵਰਕਰ ਦੀ ਵੈਲਿਊ, ਤੁਸੀਂ ਕਾਂਗਰਸ ਜਦੋਂ ਅੱਜ ਬੁਰੇ ਵਕਤ ਤੋਂ ਨਿਕਲ ਲਈ ਹੈ, ਕਾਂਗਰਸ ਨੂੰ ਲੋਕ ਡਾਮਾਡੋਲ ਕਹਿ ਰਹੇ ਨੇ, ਪਰ ਤੁਸੀਂ ਇਸ ਟਾਈਮ ਤੁਸੀਂ ਕਿਹਾ ਯਾਰ ਇਹ ਤਾਂ ਡਾਮਾਡੋਲ ਹੈ, ਹੁਣ ਚਲਦੀ ਕਸ਼ਤੀ ਵਿੱਚ ਬਹਿ ਜਾਓ, ਤੁਸੀਂ ਵੀ ਛੱਡ ਕੇ ਦੂਸਰੀ ਕਸ਼ਤੀ 'ਚ ਚਲੇ ਗਏ। ਦੇਖੋ ਜੀ, ਜਦ ਮੈਂ ਪਾਰਟੀ ਛੱਡੀ ਕਾਂਗਰਸ, ਚਲੋ ਬੀਜੇਪੀ ਤਾਂ ਮੈਂ ਥੋੜ੍ਹੇ ਦਿਨ ਤੋਂ ਜੁਆਇਨ ਕੀਤੀ ਹੈ, ਪਰ ਕਾਂਗਰਸ ਛੱਡੀ ਮੈਂ ਜਦ ਉਦੋਂ ਇਲੈਕਸ਼ਨ ਨਹੀਂ ਹੋਏ ਸੀ, ਉਦੋਂ ਕੋਈ ਵੇਵ ਨਹੀਂ ਸੀ ਆਮ ਆਦਮੀ ਪਾਰਟੀ ਦੀ, ਮੈਂ ਉਦੋਂ ਕਾਂਗਰਸ ਛੱਡੀ। ਇਹ ਕੋਈ ਮੈਂ ਅੱਜ ਨਹੀਂ ਛੱਡਿਆ ਇਹਨਾਂ ਨੂੰ। ਇਹ ਸਰਕਾਰ ਆਈ ਨੂੰ 2-3 ਸਾਲ ਹੋਏ ਸੀਗੇ, ਸਾਡੇ ਲੋਕਾਂ ਦੇ ਕੰਮ ਨਹੀਂ ਹੋ ਪਾ ਰਹੇ ਸੀ, ਬਾਰ-ਬਾਰ ਜਾਈਦਾ ਸੀ, ਨਹੀਂ ਸੁਣਵਾਈ ਹੁੰਦੀ ਸੀ, ਇਸ ਕਰਕੇ ਮੈਂ ਪਾਰਟੀ ਛੱਡੀ ਸੀ। ਇਹ ਕੋਈ ਇਹ ਨਹੀਂ ਹੈ ਮੈਂ ਵੀ ਉਹ ਸੱਤਾ 'ਚ ਨਹੀਂ ਰਹੇ। ਜੇ ਇਹ ਲਾਲਚ ਹੁੰਦਾ ਤਾਂ ਮੈਂ ਆਮ ਆਦਮੀ ਪਾਰਟੀ ਦਾ ਪੱਲਾ ਫੜਦਾ। ਬੀਜੇਪੀ 'ਚ ਗੱਲ ਹੋਈ ਕਿ ਕਾਉਂਸਲਰ ਦੀ ਟਿਕਟ ਲਓਗੇ? ਦੇਖੋ ਜੀ, ਅਸੀਂ ਪਾਰਟੀ ਦੇ ਸਿਪਾਹੀ ਹਾਂ, ਅਸੀਂ ਵਰਕਰ ਹਾਂ। ਹਰ ਵਰਕਰ ਦਾ ਹੱਕ ਹੈ ਆਪਣੇ ਏਰੀਏ ਦੇ ਵਿੱਚ ਦਾਅਵੇਦਾਰੀ ਦੇਣ ਦਾ। ਪਾਰਟੀ ਜਿਹਨੂੰ ਵੀ ਚੁਣੂਗੀ, ਪਾਰਟੀ ਜਿਹਨੂੰ ਵੀ ਮੋਹਰ ਲਗਾਊਗੀ, ਜਿਹਦੇ 'ਤੇ ਵੀ ਅਸੀਂ, ਜੇ ਪਾਰਟੀ ਸਾਨੂੰ ਚੁਣੂਗੀ ਤਾਂ ਅਸੀਂ ਕੰਮ ਕਰਾਂਗੇ ਇੱਥੇ, ਜੇ ਕਿਸੇ ਹੋਰ ਨੂੰ ਮੌਕਾ ਦਊਗੀ ਤਾਂ ਅਸੀਂ ਉਹਦੇ ਨਾਲ ਕੰਮ ਕਰਾਂਗੇ। ਦਿਸ਼ਾਵਰ ਜੀ 10 ਦਿਨ ਹੋਏ ਨੇ ਹਜੇ ਬੀਜੇਪੀ 'ਚ ਆਏ, ਪਾਰਟੀ ਤਾਂ ਪੁਰਾਣੇ ਕਾਰਜਕਰਤਾ ਨੂੰ ਦੋਗੀ ਗਏ, ਤਾਂ ਦਿਸ਼ਾਵਰ ਜੀ ਅੱਜ ਛੱਡ ਕੇ ਆਏ ਨੇ, ਕੱਲ੍ਹ ਛੱਡ ਕੇ ਫਿਰ ਨਾ ਚਲੇ ਜਾਣ ਕਿਤੇ। ਦੇਖੋ ਜੀ, ਇਹਦਾ ਮੈਂ ਜਵਾਬ ਦਿੰਦਾ। ਜਿਹੜਾ ਮੇਰਾ ਪਿਛੋਕੜ ਆ, ਮੇਰੇ ਪਿਤਾ ਜੀ ਪਿਛਲੇ 40 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ, ਸੇਵਾ ਦਿੰਦੇ ਆ ਰਹੇ ਆ। ਸਤਪਾਲ ਗਸਾਈ ਜੀ ਦੇ ਸਿਪਾਹੀ ਸੀਗੇ, ਹੈ ਤੇ ਰਹੂਗੇ, ਕਿਉਂਕਿ ਸਾਡੇ ਖਾਨਦਾਨ 'ਚ ਇੱਕ ਖੂਬੀ ਹੈ। ਮੇਰੇ ਪਿਤਾ ਜੀ ਨੇ ਮੈਨੂੰ ਇਹੀ ਗੱਲ ਸਿਖਾਈ ਸੀ, ਬੇਟਾ ਜਿਹਦਾ ਪੱਲਾ ਫੜ ਲਓ ਛੱਡੋ ਨਾ। ਪਰ ਬਹੁਤ ਜ਼ਿਆਦਾ ਪਰੇਸ਼ਾਨੀਆਂ, ਸਰਕਮਸਟਾਂਸਿਸ ਖਰਾਬ ਹੋਏ ਤੇ ਮੈਨੂੰ ਪਾਰਟੀ ਛੱਡਣੀ ਪਈ ਕਾਂਗਰਸ। ਨਹੀਂ ਤਾਂ ਮੈਂ ਜੇ ਕਾਂਗਰਸ 'ਚ ਆਇਆ ਸੀ ਤੇ ਮੈਂ ਕਿਸੇ ਵਜ੍ਹਾ ਨਾਲ ਆਇਆ ਸੀ, ਤੇ ਜੇ ਮੈਂ ਅੱਜ ਬੀਜੇਪੀ ਨਾਲ ਖੜਾ ਤੇ ਮੈਂ ਫਿਰ ਖੜਾ ਜੀ, ਫਿਰ ਮੈਂ ਭੱਜਣ ਵਾਲਾ ਨਹੀਂ ਹਾਂ। ਉਹਦੇ 'ਚ ਕੋਈ ਵਜ੍ਹਾ ਨਹੀਂ ਹੈ, ਕੋਈ ਕਾਂਗਰਸ ਕਿਸੇ ਵਜ੍ਹਾ ਨਾਲ ਗਏ ਸੀਗੇ, ਬੀਜੇਪੀ 'ਚ ਆ ਗਏ, ਸ਼ਾਇਦ ਕੋਈ ਵਜ੍ਹਾ ਹੋਵੇ। ਜਦ ਮੈਂ ਕਾਂਗਰਸ 'ਚ ਗਿਆ ਸੀਗਾ ਜੀ, ਉਦੋਂ ਮੇਰਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਸੀਗਾ, ਕੋਈ ਮੈਂ ਤਿਆਰੀ ਨਾਲ ਨਹੀਂ ਗਿਆ ਸੀਗਾ ਵੀ ਮੈਂ ਕੋਈ ਬੀਜੇਪੀ ਛੱਡ ਕੇ ਆਇਆ। ਇੱਦਾਂ ਜਦ ਮੈਂ ਰਾਜਨੀਤੀ 'ਚ ਆਇਆ ਤੇ ਮੈਂ ਸਿੱਧਾ ਕਾਂਗਰਸ 'ਚ ਗਿਆ ਸੀ, ਕਿਉਂਕਿ ਮੇਰੀ ਜਿਹੜੀ ਵਿਚਾਰਧਾਰਾ ਉਦੋਂ ਨਹੀਂ ਸੀਗੀ ਇੱਦਾਂ ਦੀ। ਅੱਜ ਮੇਰੀ ਆਈਡੀਓਲੋਜੀ ਹੈ ਜਿਹੜੀ, ਉਹ ਬੀਜੇਪੀ ਨੂੰ ਸਮਰਥਨ ਦਿੰਦੀ ਹੈ, ਕਿਉਂਕਿ ਮੈਂ ਦੇਖ ਰਿਹਾ ਦੇਸ਼ ਦਾ ਜਿੰਨਾ ਯੁਵਾ ਵਾ ਬੀਜੇਪੀ ਨਾਲ ਜੁੜ ਰਿਹਾ। ਤੁਸੀਂ ਦੇਖ ਲਓ, ਜਿੱਥੇ ਮਰਜ਼ੀ ਜਾ ਕੇ ਗੱਲ ਕਰੋ, ਲੋਕ ਜੋ ਪੋਲੀਟੀਕਲ ਕੋਈ ਬੁਰਾਈ ਕਰੇ ਉਹ ਮੈਂ ਸਮਝ ਸਕਦਾ, ਪਰ ਆਮ ਬੰਦਾ ਖੁਸ਼ ਹੈ, ਕਿਉਂਕਿ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਵਾ, ਭਾਰਤ ਸਰਕਾਰ ਦੀਆਂ, ਠੀਕ ਹੈ ਇੱਥੇ ਸਰਕਾਰ ਨਹੀਂ ਹੈ, ਪਰ ਭਾਰਤ ਸਰਕਾਰ ਦੀਆਂ ਪਾਲਿਸੀਆਂ ਇੰਨੀਆਂ ਵਧੀਆ ਨੇ, ਕਿਉਂਕਿ ਅਸੀਂ ਤਾਂ ਗਰੀਬਾਂ ਦੇ, ਦਲਿਤਾਂ ਦੇ ਕੰਮ ਕਰਦੇ ਹਾਂ। ਮੈਨੂੰ ਪਤਾ ਵਾ ਮੈਂ ਆਪਣੇ ਲੋਕਾਂ ਦਾ ਕੀ ਭਲਾ ਕਰ ਪਾ ਰਿਹਾ ਇਸ ਪਾਰਟੀ 'ਚ ਆਉਣ ਨਾਲ। ਦਿਸ਼ਾਵਰ ਜੀ, ਤੁਸੀਂ ਵੋਟ ਤਾਂ ਐਵੇਂ ਲਾਏ ਨੇ ਜਿਵੇਂ ਦਾਅਵੇਦਾਰੀ ਲੱਗ ਰਹੀ ਹੈ, ਕਿਉਂਕਿ ਜਿਹੜਾ ਤੁਹਾਡਾ ਕਾਉਂਸਲਰ ਦਾ ਜਿਹੜਾ ਤੁਹਾਡਾ ਵਾਰਡ ਹੈ, ਉਸ ਵਾਰਡ 'ਚ ਤੁਹਾਡੇ ਖੰਭਿਆਂ 'ਚ ਮੈਂ ਹੁਣੇ ਆ ਰਿਹਾ ਸੀ ਤੇ ਮੈਂ ਰਸਤੇ 'ਚ ਤੁਹਾਡੇ ਵੋਟ ਦੇਖ ਰਿਹਾ ਸੀ। ਜੇ ਅਗਰ ਕਾਰਜਕਰਤਾ ਹੋ, ਲੋਕਾਂ ਦੀ ਸੇਵਾ ਕਰ ਰਹੇ ਹੋ, ਤੇ ਮੇਰੇ ਖਿਆਲ ਨਾਲ ਵੋਟ ਨਹੀਂ ਲੱਗਣਾ ਚਾਹੀਦੀ ਸੀ। ਦੇਖੋ ਜੀ, ਇਹਦਾ ਮੈਂ ਤੁਹਾਨੂੰ ਜਵਾਬ ਦਿੰਦਾ। ਹੁਣ ਇੱਥੇ ਆਮ ਆਦਮੀ ਪਾਰਟੀ ਦੇ ਪਤਾ ਨਹੀਂ ਉਹ ਕੈਂਡੀਡੇਟ ਹੈ ਕਿ ਨਹੀਂ ਹੈ, ਮੈਂ ਉਹਨਾਂ ਦਾ ਨਾਮ ਵੀ ਨਹੀਂ ਦੇਣਾ, ਉਹਨਾਂ ਦੀ ਆਪਣੀ ਰਾਜਨੀਤੀ ਹੈ। ਜਾਂ ਜਿਹੜੇ ਉਸ ਤੋਂ ਪਹਿਲਾਂ ਕਾਂਗਰਸ ਦੇ ਜਿਹੜੇ ਦਾਅਵੇਦਾਰ ਨੇ, ਉਹ ਪਿਛਲੀ ਵਾਰ ਹਾਰ ਚੁੱਕੇ ਨੇ, ਉਹਨਾਂ ਦੇ ਵੀ ਤੁਸੀਂ ਦੇਖ। ਹੁਣ ਥੋੜ੍ਹਾ ਜਿਹਾ ਇਹ ਨਾ, ਭਾਰਤੀ ਜਨਤਾ ਪਾਰਟੀ ਦੇ ਵੋਟ ਜ਼ਿਆਦਾ ਖਿੜ ਕੇ ਨਜ਼ਰ ਆ ਰਹੇ ਆ, ਬਾਕੀਆਂ ਦੇ ਨਹੀਂ ਨਜ਼ਰ ਆ ਰਹੇ, ਉਹਨਾਂ ਦੇ ਫਿੱਕੇ ਪੈ ਗਏ ਆ। ਤੇ ਜੇ ਪ੍ਰਮਾਤਮਾ ਨੇ ਚਾਹਿਆ ਤੇ ਇਸ ਵਾਰ ਇੱਥੇ ਕਮਲ ਖਿਲੂਗਾ। ਇੱਦਾਂ ਹੀ ਭਾਰਤੀ ਜਨਤਾ ਪਾਰਟੀ ਦੇ ਝੰਡੇ ਤੁਹਾਨੂੰ ਝੂਲਦੇ ਨਜ਼ਰ ਆਊਗੇ। ਇਹ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਜੇ ਤੁਸੀਂ ਕਾਰਜਕਰਤਾ ਹੋ, ਵੋਟ ਦੀ ਕੀ ਲੋੜ ਪੈ ਗਈ? ਪਹਿਚਾਣ ਹੈ ਤੁਹਾਡੀ ਕਿ ਉਹ ਜਾ ਰਹੇ ਨੇ ਅਜੇਪਾਲ ਜੀ, ਇਹ ਸੇਵਾ ਕਰਦੇ ਨੇ, ਵੋਟ ਦੀ ਤੁਹਾਨੂੰ ਲੋੜ ਹੀ ਨਹੀਂ ਸੀ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਇੱਕ ਨਾ ਕਾਮਨ ਸੈਂਸ ਵਾਲੀ ਗੱਲ ਹੈ। ਮੈਂ ਇੱਕ ਸ਼ੋਅ ਦੇ ਵਿੱਚ ਦੇਖਿਆ ਸੀਗਾ, ਜੇ ਮੈਂ ਤੁਹਾਨੂੰ ਕਹਾਂ ਨਾ ਮੈਨੂੰ ਬਲੂ ਰੰਗ ਲੱਭ ਕੇ ਦਿਓ, ਤੇ ਤੁਹਾਡਾ ਫੋਕਸ ਸਿਰਫ ਬਲੂ ਵੱਲ ਹੋ ਜਾਊਗਾ, ਤੁਹਾਨੂੰ ਹੋਰ ਕੋਈ ਰੰਗ ਨਜ਼ਰ ਨਹੀਂ ਆਊਗਾ, ਕਿਉਂਕਿ ਤੁਸੀਂ ਉਸ ਟਾਈਮ ਉਹਨੂੰ ਹੀ ਲੱਭਦੇ ਹੋ। ਇਸ ਕਰਕੇ ਜੇ ਹੁਣ ਮੈਂ ਬੀਜੇਪੀ ਦੇ ਵਿੱਚ ਆਇਆ ਤੇ ਤੁਹਾਡਾ ਧਿਆਨ ਸਿਰਫ ਅਜੇਪਾਲ 'ਤੇ ਹੈ, ਬਾਕੀਆਂ ਵੱਲ ਧਿਆਨ ਨਹੀਂ ਜਾ ਰਿਹਾ। ਸ਼ਾਇਦ ਸਾਰੇ ਹੀ ਆਪਣੀ, ਬਾਕੀਆਂ ਕੋ ਜਾਵਾਂਗੇ ਤਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਸਾਰੇ ਹੀ ਆਪਣੀ ਦਾਅਵੇਦਾਰੀ ਦੇ ਰਹੇ ਆ। ਦੇਖੋ, ਹਰੇਕ ਦਾ ਵਰਕਰ ਦਾ ਹੱਕ ਬਣਦਾ, ਠੀਕ ਹੈ ਨਾ। ਮੈਂ ਕੰਮ ਕਰਨਾ ਚਾਹੁੰਦਾ, ਮੈਨੂੰ ਸ਼ੌਂਕ ਆ, ਬੇਸਿਕਲੀ ਮੈਨੂੰ ਸ਼ੌਂਕ ਹੈ। ਰਾਜਨੀਤੀ 'ਚ ਮੈਂ ਪੈਸੇ ਦੇ ਨਹੀਂ ਆਇਆ, ਮੈਂ ਬਹੁਤ ਬਿਜ਼ਨਸ ਵਧੀਆ ਕਰਦਾ, 4 ਪੈਸੇ ਵੀ ਕਮਾਉਣਾ, ਪਰਮਾਤਮਾ ਦੀ ਕਿਰਪਾ ਨਾਲ ਦਇਆ।
ਤੇ ਜੇ ਮੈਂ ਮਾਲਕ ਦਾ ਸ਼ੁਕਰ ਅਦਾ ਕਰਦਾ, ਮੈਂ ਦਸਵੰਤ ਵੀ ਕੱਢਦਾ ਸਮਾਜ 'ਚ, ਉੱਦਾਂ ਵੀ ਲੋਕਾਂ ਦੀ ਸੇਵਾ ਕਰਦਾ, ਮੈਂ ਆਰਗੇਨਾਈਜੇਸ਼ਨ ਵੀ ਜਾਣਾ ਬਾਬਾ ਸਾਹਿਬ ਦਲਿਤ ਫੋਰਸ। ਪਰ ਜਿਹੜੀ ਤਾਕਤ ਹਾਊਸ ਦੇ ਵਿੱਚ ਜਾ ਕੇ ਮਿਲਦੀ ਹੈ ਨਾ ਪਬਲਿਕ ਲਈ ਕੰਮ ਕਰਨ ਦੀ, ਜਿਹੜੀ ਇੱਕ ਇਲੈਕਟਿਡ ਬੰਦੇ ਨੂੰ ਮਿਲਦੀ ਆ, ਉਹ ਤਾਕਤ ਦਾ ਕੁਝ ਫਾਇਦਾ ਹੋਰ ਹੁੰਦਾ। ਉਹ ਆਜ਼ਾਦ ਲੜ ਜਾਂਦੇ ਜੇ ਅਗਰ ਤੁਸੀਂ ਸੇਵਾ ਕਰਦੇ ਹੋ, ਕਿਉਂਕਿ ਤੁਸੀਂ ਤਾਂ ਜਿੱਤਣਾ ਹੀ ਸੀ, ਆਜ਼ਾਦ ਲੜ ਜਾਂਦੇ। ਦੇਖੋ ਆਜ਼ਾਦ ਤਾਂ ਲੜਦਾ ਜੀ ਜੇ ਪਰਮਾਤਮਾ ਦੀ ਕਿਰਪਾ ਨਾਲ ਦੇਖੋ ਮੇਰਾ ਜਿਹੜਾ ਵਜੂਦ ਹੈ ਨਾ ਮੇਰੇ ਕੰਮਾਂ ਕਰਕੇ ਹੈ, ਲੋਕ ਮੈਨੂੰ ਪਿਆਰ ਕਰਦੇ ਆ। ਜੇ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਿਆ, ਮੇਰੇ ਬੋਰਡ ਅੱਗੇ ਕੋਈ ਤਾਂ ਵਜ੍ਹਾ ਹੁੰਦੀ ਹੈ ਨਾ। ਜੇ ਉਹਨਾਂ ਨੂੰ ਪਤਾ ਵੀ ਮੈਂ ਕਿਸੇ ਜੋਗਾ, ਚਾਹੇ ਹੋਰ ਵੀ ਕੈਂਡੀਡੇਟ ਹੋਣਗੇ, ਹਰ ਬੰਦਾ ਆਪਣੀ ਆਪਣੀ ਜਗ੍ਹਾ 'ਤੇ ਕਾਬਲ ਆ, ਹੈ ਨਾ। ਪਰ ਜੇ ਕਿਤੇ ਨਾ ਕਿਤੇ ਮਿਰਚ ਮਾੜੀ ਮੋਟੀ ਉਹਨਾਂ ਨੂੰ ਦੇਖੋ ਵਰਕਰ ਨੂੰ ਤਾਂ ਹਰੇਕ ਨੂੰ ਪਾਰਟੀਆਂ ਲੋਕੀ ਚਲੇ ਜਾਂਦੇ ਆ। ਹੁਣ ਤੁਸੀਂ ਦੇਖ ਰਹੇ ਹੋ ਅੱਡ ਹੁਣ ਮੌਸਮ ਹੀ ਇਹ ਹੈ ਵੀ ਪਾਰਟੀਆਂ ਕੋਈ ਇੱਧਰ ਕੋਈ ਉੱਧਰ ਸਾਰੇ ਹੋ ਰਹੇ ਆ। ਪਰ ਮੈਂ ਉਹ ਵਰਕਰ ਹਾਂ, ਮੈਂ ਗੱਲ ਕਰਕੇ ਇਹ ਸ਼ਰਤ ਰੱਖ ਕੇ ਪਾਰਟੀ 'ਚ ਆਇਆ ਸੀਗਾ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ। ਮੈਨੂੰ ਕੋਈ ਟਿਕਟ ਨਾ ਦਿਓ, ਮੈਨੂੰ ਇਸ ਚੀਜ਼ ਦਾ ਕੋਈ ਲਾਲਚ ਨਹੀਂ ਹੈ, ਪਰ ਮੈਂ ਲੋਕਾਂ ਦੀ ਸੇਵਾ ਕਰਨੀ ਹੈ। ਸੇਵਾ ਕਰਨ ਵਾਸਤੇ ਮੇਰੇ ਹੱਥ ਖੁੱਲ੍ਹੇ ਚਾਹੀਦੇ, ਜਿੱਦਾਂ ਕਾਂਗਰਸ ਪਾਰਟੀ ਨੇ ਮੇਰੇ ਹੱਥ ਬੰਨ੍ਹਦੇ ਸੀ ਨਾ, ਉਹ ਪ੍ਰੋਬਲਮ ਨਾ ਆਵੇ। ਕਿਉਂਕਿ ਕੋਵਿਡ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ, ਇਹ ਗੱਲ ਮੈਂ ਅੱਜ ਤੱਕ ਕਦੀ ਕਿਸੇ ਪਲੇਟਫਾਰਮ ਤੇ ਨਹੀਂ ਦੱਸੀ। ਕੋਵਿਡ ਦੇ ਵਿੱਚ 3000 ਲੋਕਾਂ ਨੂੰ ਘੱਟੋ ਘੱਟ 7-8 ਮਹੀਨੇ ਮੈਂ ਖਾਣਾ ਖਿਲਾਇਆ। ਉਦੋਂ ਸਰਕਾਰ ਕਾਂਗਰਸ ਦੀ ਸੀਗੀ। ਸਾਨੂੰ ਪਤਾ 90,000 ਦਾ ਕਰਜ਼ਾ ਕੋਵਿਡ ਦੇ ਵਿੱਚ ਮੇਰੇ ਤੇ ਸਿਰਫ ਕਰਿਆਨੇ ਦਾ ਹੋ ਗਿਆ ਸੀ। ਤੇ ਸੇਵਾ ਕਰਨ ਦਾ ਮੈਨੂੰ ਸ਼ੌਂਕ ਆ, ਮੈਨੂੰ ਇੱਕ ਸਹਾਰਾ ਹੈ। ਜੇ ਮੈਂ ਭਾਰਤੀ ਜਨਤਾ ਪਾਰਟੀ 'ਚ ਆਇਆ, ਜੇ ਮੈਨੂੰ ਕਿਤੇ ਪਰਮਾਤਮਾ ਕਦੀ ਕੁਦਰਤ ਕਿਸੇ ਤੇ ਤਰਾਸਦੀ ਨਾ ਪਾਵੇ, ਕਿਸੇ ਤਰ੍ਹਾਂ ਦੀ ਕਿਤੇ ਲੋੜ ਪਊਗੀ, ਕੱਲਾ ਮਿਹਨਤ ਕਰਨ ਵਾਲਾ ਤਾਂ ਹੈਗਾ ਹੀ ਆ, ਪਰ ਜੇ ਮੇਰੇ ਨਾਲ ਪਾਰਟੀ ਖੜੀ ਹੋਊਗੀ, ਪਾਰਟੀ ਦੇ ਥੰਬ ਖੜੇ ਹੋਊਗੇ, ਤੇ ਉਹਦੇ ਨਾਲ ਮੇਰੀ ਤੇ ਮੇਰੇ ਇਲਾਕੇ ਦੀ ਤਾਕਤ ਵਧੂਗੀ। ਜੇ ਟਿਕਟ ਨਾ ਮਿਲੇ ਆਜ਼ਾਦ ਲੜੋਗੇ? ਨਹੀਂ ਲੜੂੰਗਾ ਜੀ, ਆਜ਼ਾਦ ਨਹੀਂ ਲੜੂੰਗਾ। ਮੈਂ ਬੀਜੇਪੀ ਦਾ ਵਰਕਰ ਆ, ਉਹਨਾਂ ਦੇ ਨਾਲ ਹੀ ਰਹੂੰਗਾ। ਕੀ ਵਾਰਡ 'ਚ ਕੀ ਪ੍ਰੋਬਲਮਸ ਨੇ? ਤੁਸੀਂ ਇੰਨੇ ਟਾਈਮ ਤੋਂ ਰਹਿ ਰਹੇ ਹੋ, ਤੁਹਾਨੂੰ ਕੀ ਲੱਗਦਾ ਤੁਹਾਡੇ ਵਾਰਡਾਂ 'ਚ ਕੀ ਅਜੇ ਪਿਓਰਟੀ ਦੇ ਕੰਮ ਕਰਨ ਲਾਇਕ ਨੇ? ਦੇਖੋ ਜੀ, ਤੁਸੀਂ ਵਾਰਡ ਦੇ ਵਿੱਚ ਸਰਵੇ ਕਰ ਦਿਓ, ਇਹਦੇ ਵਿੱਚ ਕੰਮ ਦੀ ਲੋੜ ਨਹੀਂ ਹੈ, ਕੰਮ ਹੈ ਹੀ ਨਹੀਂ ਕੋਈ। ਟੋਟਲੀ ਕੰਮ ਦੀ ਹੀ ਲੋੜ ਹੈ। ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਕੋਈ ਖਾਨਾ ਭਰਿਆ ਹੋਵੇ, ਸਾਰੇ ਖਾਨੇ ਖਾਲੀ ਹੈ। ਤੁਸੀਂ ਕਾਂਗਰਸ 'ਚ ਸੀਗੇ, ਐਮਐਲਏ ਨੂੰ ਕਿਹਾ ਨਹੀਂ ਤੁਸੀਂ? ਬੜਾ ਕਿਹਾ ਜੀ, ਸਾਡੀ ਸੁਣਵਾਈ ਨਹੀਂ ਹੋਈ, ਤਾਂ ਹੀ ਤਾਂ ਅੱਜ ਇੱਥੇ ਬੈਠੇ ਹਾਂ। ਬਹੁਤ ਕਿਹਾ, ਬੜਾ ਕਿਹਾ। ਜਦੋਂ ਸਰਕਾਰ 'ਚ ਸੀਗੇ ਉਹਨਾਂ ਨੇ ਸੁਣਵਾਈ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਕੈਂਡੀਡੇਟ ਹਾਰ ਗਿਆ ਸੀਗਾ। ਹੁਣ ਅਸੀਂ ਉਹਨੂੰ ਕੀ ਕਹਿ ਸਕਦੇ ਸੀ? ਤੁਸੀਂ ਲੱਗਦਾ ਕਿ ਬੀਜੇਪੀ ਜਿੱਤੂਗੀ ਇਸ ਵਾਰ, ਕਿਉਂਕਿ ਇਕੱਲੇ ਲੜ ਰਹੇ ਹੋ, ਅਕਾਲੀ ਦਲ ਸਾਥ ਨਹੀਂ ਹੈ? ਇਹ ਤਾਂ ਸਮਾਂ ਦੱਸੂਗਾ ਜੀ, ਹਜੇ ਤਾਂ ਬੜਾ ਕੁਝ ਚੇਂਜ ਹੋਣਾ ਵਾ। ਹੁਣ ਤੁਸੀਂ ਦੇਖੋ ਸੈਂਟਰ ਲੈਵਲ 'ਤੇ ਜਿਹੜੀ ਕਾਂਗਰਸ ਹੈ ਆਮ ਆਦਮੀ ਪਾਰਟੀ ਨਾਲ ਜੁੜ ਗਈ ਹੈ, ਤੇ ਅੰਦਰਗਤੀ ਇਹਨਾਂ ਦੀ ਇੱਥੇ ਵੀ ਸੈਟਿੰਗ ਹੋ ਹੀ ਗਈ ਹੋਣੀ। ਤੇ ਬੀਜੇਪੀ ਵੀ ਕਿਸੇ ਨਾ ਕਿਸੇ ਸੈਟਿੰਗ ਕਰ ਸਕਦੀ ਹੈ। ਇਹ ਤਾਂ ਦੇਖੋ ਜੀ, ਸੱਤਾ ਦੀ ਚਾਬੀ ਜਦ ਹੱਥ ਆਣੀ ਹੈ, ਤੇ ਬੀਜੇਪੀ ਤੋਂ ਵਧੀਆ ਕੋਈ ਸੱਤਾ ਦਾ ਖੇਡ ਨਹੀਂ ਜਾਣਦਾ। ਦੇਖੋ ਬੀਜੇਪੀ ਦਾ ਪ੍ਰਧਾਨ ਕਾਂਗਰਸ ਬਣਾਤਾ ਹੈ। ਨਹੀਂ, ਦੇਖੋ ਉਹਨਾਂ ਦਾ ਚਿਹਰਾ ਕਾਂਗਰਸੀ ਨਾ ਦੇਖੋ ਤੁਸੀਂ, ਉਹਨਾਂ ਦਾ ਜਿਹੜਾ ਗਰਾਊਂਡ ਲੈਵਲ 'ਤੇ ਵਰਕ ਦੇਖੋ। ਜਾਖੜ ਸਾਹਿਬ ਪਿੰਡਾਂ ਦੇ ਵਿੱਚ ਜਾਣੇ ਜਾਂਦੇ ਆ, ਉਹਨਾਂ ਦੀ ਜਿਹੜੀ ਪਛਾਣ ਆ, ਉਹਨਾਂ ਦਾ ਪਿਛੋਕੜ ਆ, ਉਹਨਾਂ ਦਾ ਜਿਹੜਾ ਪਰਿਵਾਰਕ ਜਿਹੜਾ ਕੱਦ ਹੈ ਰਾਜਨੀਤੀ ਦੇ ਵਿੱਚ, ਤੁਸੀਂ ਉਹਨੂੰ ਵੀ ਦੇਖੋ। ਜਿਹੜੇ ਉਹਨਾਂ ਦੇ ਪਿਤਾ ਜੀ ਵੀ ਇੱਕ ਵੱਡੇ ਰਾਜਨੀਤਿਕ ਰਹੇ ਹੈ, ਉਹਨਾਂ ਨੇ ਵੀ ਜ਼ਮੀਨੀ ਤੌਰ 'ਤੇ ਬਹੁਤ ਕੰਮ ਕੀਤਾ। ਉੱਦਾਂ ਹੀ ਜਾਖੜ ਸਾਹਿਬ ਦਾ ਵੀ ਜਿਹੜਾ ਜ਼ਮੀਨੀ ਪੱਧਰ 'ਤੇ ਜਿਹੜਾ ਕੰਮ ਬੋਲਦਾ ਵਾ। ਅੱਜ ਵੀ ਤੁਸੀਂ ਜਾਖੜ ਸਾਹਿਬ ਨੂੰ ਦੇਖ ਲਓ ਵੀ ਅੱਜ ਹੁਣ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਉਹ ਲੋਕਾਂ ਦੇ ਵਿੱਚ ਜਾ ਰਹੇ ਆ, ਵਿਚਰ ਰਹੇ, ਕਿਉਂਕਿ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਤੋਂ ਵਧੀਆ ਮੇਰੀ ਇਹ ਪਰਸਨਲ ਸੋਚ ਹੈ ਵੀ ਉਹਨਾਂ ਤੋਂ ਵਧੀਆ ਕੋਈ ਪ੍ਰਧਾਨ ਜਿਹੜਾ ਅੱਜ ਦੀ ਡੇਟ 'ਚ ਜਿਹੜਾ ਗਰਾਊਂਡ ਲੈਵਲ 'ਤੇ ਵਰਕ ਕਰੇ, ਉਹਨਾਂ ਤੋਂ ਵਧੀਆ ਨਹੀਂ ਹੋ ਸਕਦਾ। ਮੇਅਰ ਬੀਜੇਪੀ ਦਾ ਬਣੂਗਾ ਲੁਧਿਆਣੇ 'ਚ? ਪੂਰੀ ਆਸ ਹੈ ਜੀ, ਪੂਰੀ ਪਰਮਾਤਮਾ ਕਿਰਪਾ ਕਰੂਗਾ, ਵਾਹਿਗੁਰੂ ਮਿਹਰ ਕਰੂਗਾ, ਮੇਅਰ ਬੀਜੇਪੀ ਦਾ ਹੀ ਬਣੂਗਾ। ਚਲੋ ਮਿਹਰਬਾਨੀ ਜੀ। ਅਜੇਪਾਲ ਦੇਸ਼ਾਵਰ ਸੀਗੇ, ਇਹਨਾਂ ਨੇ ਗੱਲ ਕਹੀ ਹੈ ਕਿ ਇਹਨਾਂ ਨੇ ਕਾਂਗਰਸ ਇਸ ਕਰਕੇ ਛੱਡੀ ਸੀ ਕਿਉਂਕਿ ਕਾਂਗਰਸ ਵਿੱਚ ਜਿੰਨੀ ਇਹਨਾਂ ਨੇ ਮਿਹਨਤ ਕੀਤੀ, ਕਾਂਗਰਸ ਦੇ ਲੋਕਾਂ ਨੇ, ਕਾਂਗਰਸ ਦੇ ਲੀਡਰਾਂ ਨੇ, ਕਹਿੰਦੇ ਨੇ ਭਤੀਜਾਵਾਦ, ਭਰਾਵਾਦ, ਰਿਸ਼ਤੇਦਾਰੀ ਨਿਭਾਈ ਹੈ। ਹੁਣ ਬੀਜੇਪੀ 'ਚ ਇਹ ਚੀਜ਼ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ, ਪਰ ਇੱਕ ਪੋਜ਼ਿਟਿਵ ਵੇਵ ਹੈ। ਕਹਿ ਰਹੇ ਨੇ ਕਿ ਜਿੰਨੀ ਮਿਹਨਤ ਕਰਦੇ ਨੇ, ਜਿੰਨੀ ਲੋਕਾਂ ਲਈ ਸੇਵਾ ਕਰਦੇ ਨੇ, ਸਿਰਫ ਉਹੀ ਸਵਾਰਥ ਹੈ ਕਿ ਲੋਕ ਜੁੜੇ ਰਹਿਣ, ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹੀਏ। ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ, ਪਰ ਸੇਵਾ ਉੱਦਾਂ ਹੀ ਕਰਾਂਗੇ। ਹੁਣ ਇਹਦਾ ਆਉਣ ਵਾਲਾ ਟਾਈਮ ਦੱਸੂਗਾ ਕਿ ਇਲੈਕਸ਼ਨ ਲੜਨਗੇ ਕਿ ਨਹੀਂ ਲੜਨਗੇ, ਟਿਕਟ ਮਿਲੂਗੀ ਕਿ ਨਹੀਂ ਮਿਲੂਗੀ, ਵਾਰਡ ਦੇ ਲੋਕ ਇਹਨੂੰ ਕਿੰਨਾ ਕੁ ਪਿਆਰ ਕਰਦੇ ਨੇ। ਅਗਰ ਟਿਕਟ ਮਿਲਦੀ ਹੈ ਉਹ ਤਾਂ ਅੱਗੇ ਦੀ ਗੱਲਾਂ ਨੇ, ਪਰ ਇੱਕ ਵਿਸ਼ਵਾਸ ਹੈ, ਇੱਕ ਕੌਨਫੀਡੈਂਸ ਲੈਵਲ ਹੈ ਕਿ ਕਿਤੇ ਨਾ ਕਿਤੇ ਇੱਕ ਅੱਛਾ ਸੋਚ ਕੇ ਚੱਲ ਰਹੇ ਨੇ। ਉਹ ਇੱਕ ਬਾਅਦ ਦੀਆਂ ਗੱਲਾਂ ਨੇ ਕਿ ਆਉਣ ਵਾਲੇ ਟਾਈਮ ਵਿੱਚ ਲੁਧਿਆਣਾ ਦਾ ਮੇਅਰ ਕਿਹਦਾ ਬਣਦਾ ਹੈ, ਅਤੇ ਲੁਧਿਆਣਾ ਦੀ ਜਨਤਾ ਕਿਹਨੂੰ
ਚੁਣਦੀ ਹੈ। ਇਹ ਤਾਂ ਆਉਣ ਵਾਲਾ ਸਮੇਂ ਹੀ ਹੈ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਥੱਲੇ ਦਿੱਤੇ ਮੇਲ ਆਈਡੀ ਨੰਬਰ ਤੇ ਆਪਣੇ ਵਿਚਾਰਧਾਰਾ ਜ਼ਰੂਰ ਸਾਂਝੀਆਂ ਕਰਿਓ। ਕੋਸ਼ਿਸ਼ ਕਰਾਂਗੇ ਅਗਲੀ ਵਾਰ ਕਿਸੇ ਹੋਰ ਪਰਸਨੈਲਿਟੀ ਨਾਲ ਮਿਲਣ ਦੀ ਤੇ ਇਸ ਤਰ੍ਹਾਂ ਉਹਨਾਂ ਦੇ ਵਿਚਾਰ ਜਾਣਨ ਦੀ। ਇੱਕ ਵਾਰ ਫਿਰ ਅਜੇਪਾਲ ਦਿਸ਼ਾਵਰ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਜੁੜੇ ਰਹੋ ਲੁਧਿਆਣਾ ਲਾਈਵ ਨਾਲ। ਮੈਂ ਅਰਵਿੰਦਰ ਸਰਾਣਾ ਤੁਹਾਡੇ ਤੋਂ ਵਿਦਾ ਲੈਂਦਾ।